ਵਾਹਿਗੁਰੂ ਸਾਹਿਬ ਜੀਓ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਨ ਸਿਮਰਤ ਅਰ ਸਾਸਤ, ਕਈ ਕੋਟ ਕੀ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੈ, ਕਈ ਕੋਟ ਗਿਰੀ ਮੇਰ ਸੁਵਰਨ ਥੀਵੈ, ਕਈ ਕੋਟ ਜਖ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਚ, ਸਭ ਤੇ ਨਿਰੈ ਸਭ ਹੂੰ ਤੇ ਦੂਰ, ਨਾਨਕ ਆਪ ਲਿਪਤ ਰਹਿਆ ਭਰਪੂਰ। ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਤੂੰ ਮੇਰਾ ਰਾਖਾ, ਸਭਨੀ ਥਾਈਂ ਤਾਂ ਪਉ ਕੀਆ ਕਾੜਾ ਜੀਓ। ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਵ ਕਲਾ ਭਰਪੂਰ ਸਮਰੱਥ ਗੁਰੂ, ਲੋਕ ਪਰਲੋਕ ਦੇ ਰੱਖਿਅਕ ਭਗਤ ਵਸ਼ਲ ਗਿਆਨ ਦਾ ਸਾਗਰ ਪ੍ਰਤੱਖ ਸਮਰੱਥ ਸਤਿਗੁਰੂ। ਧੰਨ ਧੰਨ ਸਤਿਗੁਰਾਂ ਦੀ ਪਾਵਨ ਪਵਿੱਤਰ ਜੋਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਗੋਦ ਹਜ਼ੂਰੀ ਸ਼ਬਦ ਦੇ ਨਾਲ ਦੇਸ਼ ਪ੍ਰਦੇਸ਼ ਜੁੜ ਰਹੀ ਸਾਧ ਸੰਗਤ ਜੀ, ਧੰਨਤਾ ਦੇ ਯੋਗ ਅਸੀਂ ਸਾਰੇ ਹੀ ਵਡਭਾਗੀ ਹਾਂ। ਗੁਰੂ ਮਹਾਰਾਜ ਜੀ ਨੇ ਦਇਆ ਕੀਤੀ ਹੈ, ਕਿਰਪਾ ਕੀਤੀ ਹੈ, ਜੀਵਨ ਸਵਾਸ ਤੰਦਰੁਸਤੀਆਂ ਬਖਸ਼ੀਆਂ ਹਨ ਮਹਾਰਾਜ ਜੀ ਨੇ। ਔਰ ਸਮਾਂ ਜਿਹੜਾ ਜੋ ਬਹੁਤ ਹੀ ਭਿਆਨਕ ਸੰਸਾਰ ਦਾ ਚੱਲ ਰਿਹਾ ਹੈ, ਇਹ ਕਲਯੁਗ ਦਾ ਸਮਾਂ ਬਹੁਤ ਹੀ ਖਤਰਨਾਕ ਭਿਆਨਕ ਚੱਲ ਰਿਹਾ ਹੈ। ਇਸ ਤਪਦੇ ਹੋਏ ਸੰਸਾਰ ਦੇ ਵਿੱਚ, ਇਸ ਭਟਕੇ ਹੋਏ ਸੰਸਾਰ ਦੇ ਵਿੱਚੋਂ, ਇਸ ਦੁਖੀ ਸੰਸਾਰ ਦੇ ਵਿੱਚੋਂ, ਕਲਪ ਰਹੇ ਸੰਸਾਰ ਦੇ ਵਿੱਚੋਂ ਸਾਨੂੰ
ਮਹਾਰਾਜ ਜੀ ਨੇ ਮਿਹਰ ਕਰਕੇ ਆਪਣੀ ਗੋਦ ਬਖਸ਼ੀ ਹੈ। ਇਸ ਲਈ ਅਸੀਂ ਬਹੁਤ ਹੀ ਵਡਭਾਗੇ ਹਾਂ ਜੋ ਇਸ ਸਮੇਂ ਦੇ ਵਿੱਚ ਵੀ ਮਹਾਰਾਜ ਜੀ ਨੇ ਸਾਨੂੰ ਆਪਣੀ ਗੋਦ ਦੇ ਵਿੱਚ ਬਿਠਾ ਲਿਆ। ਸੋ ਗੁਰੂ ਮਹਾਰਾਜ ਜੀ ਮਿਹਰ ਕਰਨ, ਕਿਰਪਾ ਕਰਨ, ਦਇਆ ਕਰਨ, ਸਦ ਬਖਸ਼ਿੰਦ, ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੇ ਪਰਿਓ, ਰਾਖ ਲਿਹੋ ਇਹ ਬਾਰੀ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਹੈ। ਇਹ ਬਾਰੀ ਹੈ, ਇਹ ਮੌਕਾ ਹੈ ਆਪਣੇ ਆਪ ਨੂੰ ਬਚਾਉਣ ਦਾ, ਆਪਣੇ ਆਪ ਨੂੰ ਸਫਲ ਕਰਨ ਦਾ, ਆਪਣੇ ਆਪ ਨੂੰ ਸੁਧਾਰਨ ਦਾ, ਆਪਣੇ ਆਪ ਨੂੰ ਰੱਬ ਰੂਪ ਬਣਾਉਣ ਦਾ ਜਾਂ ਰੱਬੀ ਗੁਣ ਪ੍ਰਾਪਤ ਕਰਨ ਦਾ ਇਹ ਮੌਕਾ ਹੈ। ਸਮਾਂ ਜਿਹੜਾ ਇਸ ਨੂੰ ਹਮੇਸ਼ਾ ਆਖਿਆ ਜਾਂਦਾ ਇਹ ਬਹੁਤ ਬਲਵਾਨ ਹੁੰਦਾ। ਸਮਾਂ ਬਹੁਤ ਬਲਵਾਨ ਹੈ। ਸਮਾਂ ਕਹਿੰਦੇ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਸਮਾਂ ਸਭ ਨੂੰ ਮੌਕਾ ਵੀ ਦਿੰਦਾ ਹੈ। ਸਮਾਂ ਹਰ ਬੰਦੇ ਨੂੰ ਮੌਕਾ ਦਿੰਦਾ ਆਪਣੇ ਜੀਵਨ ਦੇ ਵਿੱਚ ਕਿਸੇ ਚੰਗੇ ਪਾਸੇ ਲੱਗਣ ਦਾ, ਆਪਣੇ ਆਪ ਨੂੰ ਚੰਗਾ ਬਣਾਉਣ ਦਾ, ਆਪਣੇ ਆਪ ਨੂੰ ਸਫਲ ਕਰਨ ਦਾ, ਆਪਣੇ ਆਪ ਨੂੰ ਸੰਸਾਰ ਦੇ ਭਲੇ ਦੇ ਵਿੱਚ ਲਾਉਣ ਦਾ। ਇਹ ਮੌਕਾ ਜਿਹੜਾ ਸਮਾਂ ਹਰ ਇੱਕ ਨੂੰ ਇਹ ਬਖਸ਼ਦਾ, ਪਰ ਸਮੇਂ ਦੁਆਰਾ ਦਿੱਤਾ ਹੋਇਆ ਇਹ ਮੌਕਾ ਜੇ ਕੋਈ ਸਾਂਭ ਲਏ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ। ਜੋ ਸਮੇਂ ਨੂੰ ਸੰਭਾਲਦਾ ਨਹੀਂ ਜਾਂ ਸਮੇਂ ਦੀ ਕਦਰ ਨਹੀਂ ਕਰਦਾ, ਸਮਾਂ ਵੀ ਉਸ ਨੂੰ ਸਮਾਂ ਨਹੀਂ ਦਿੰਦਾ ਜਾਂ ਸਮਾਂ ਵੀ ਫਿਰ ਉਸ ਦੀ ਕਦਰ ਨਹੀਂ ਕਰਦਾ। ਸਮੇਂ ਨੂੰ ਵੀ ਪਤਾ ਲੱਗ ਜਾਂਦਾ ਇਹ ਇਨਸਾਨ ਜਿਹੜਾ ਬੇਕਦਰ ਹੈ। ਇਸ ਕਰਕੇ ਮੈਂ ਇਸ ਨੂੰ ਹੁਣ ਹੋਰ ਟਾਈਮ ਤੇ ਸਮਾਂ ਨਹੀਂ ਦੇਣਾ। ਲੋਕ ਹੋਰ ਜ਼ਿੰਦਗੀ ਚਾਹੁੰਦੇ ਨੇ, ਹੋਰ ਸਮਾਂ ਚਾਹੁੰਦੇ ਨੇ, ਮੈਨੂੰ ਹੋਰ ਸਮਾਂ ਮਿਲ ਜਾਏ, ਮੈਨੂੰ ਦੁਨੀਆ ਦੇ ਰਸ ਲਜ਼ਤਾਂ ਨੂੰ ਮਾਣਨ ਦਾ ਹੋਰ ਸਮਾਂ ਮਿਲ ਜਾਏ, ਮੈਂ ਹੋਰ ਆਪਣੇ ਪਰਿਵਾਰ ਦੇ ਵਿੱਚ ਜ਼ਿਆਦਾ ਚਿਰ ਰਹਾਂ, ਮੈਨੂੰ ਸਮਾਂ ਮਿਲ ਜਾਏ, ਮੈਂ ਹੋਰ ਚੌਧਰ ਤੇ ਤਰੱਕੀ ਕਰਾਂ, ਮੈਨੂੰ ਹੋਰ ਸਮਾਂ ਮਿਲ ਜਾਏ। ਮਤਲਬ ਕਿ ਸੰਸਾਰ ਦੇ ਭੋਗ ਜਾਂ ਰਸਾਂ ਦਾ ਸਮਾਂ ਮੈਨੂੰ ਮਿਲ ਜਾਏ। ਇਹ ਮਨ ਡਿਮਾਂਡ ਕਰਦਾ, ਮੰਗ ਕਰਦਾ। ਪਰ ਗੁਰਮਤਿ ਦੇ ਅਨੁਸਾਰ ਮਨ ਨੂੰ ਇਹ ਵੀ ਮੰਗ ਕਰਨੀ ਚਾਹੀਦੀ ਹੈ ਮੈਨੂੰ ਸਤ ਸੰਗ ਦਾ ਸਮਾਂ ਮਿਲ ਜਾਏ, ਮੈਨੂੰ ਸੋਝੀ ਆ ਜਾਏ, ਮੈਨੂੰ ਇਹ ਸਮਾਂ ਮਿਲ ਜਾਏ, ਮੈਂ ਕਿਸੇ ਦੀ ਮਦਦ ਕਰਾਂ, ਕਿਸੇ ਦੇ ਕੰਮ ਆਵਾਂ, ਮੈਂ ਸਮਾਜ ਦੇਸ਼ ਕੌਮ ਲਈ ਕੁਝ ਕਰਾਂ, ਮੈਨੂੰ ਇਸ ਲਈ ਸਮਾਂ ਮਿਲ ਜਾਏ। ਮੈਂ ਸਵੇਰੇ ਉੱਠਾਂ, ਉੱਠ ਕੇ ਇਸ਼ਨਾਨ ਕਰਾਂ, ਆਪਣੇ ਰੱਬ ਪਰਮੇਸ਼ਰ ਦਾ ਸ਼ੁਕਰਾਨਾ ਕਰਾਂ, ਯਾਦ ਕਰਾਂ, ਮੈਨੂੰ ਇਹ ਸਮਾਂ ਮਿਲ ਜਾਏ। ਇਸ ਤਰ੍ਹਾਂ ਦੇ ਸਮੇਂ ਦੀ ਮੰਗ ਜਿਹੜਾ ਹੈ ਉਹ ਵਿਰਲਾ ਵਿਰਲਾ ਕੋਈ ਕਰਦਾ। ਏਦਾਂ ਦੀ ਮੰਗ ਜਿਹੜੀ ਹੈ ਕੋਈ ਵਿਰਲਾ ਕਰਦਾ, ਕੋਈ ਵਿਰਲਾ ਵਿਰਲਾ ਹੀ ਕਹਿੰਦਾ ਮਹਾਰਾਜ ਜੀ ਮਿਹਰ ਕਰਨੀ, ਮੈਨੂੰ ਅੰਮ੍ਰਿਤ ਵੇਲੇ ਉਠਾ ਦੇਣਾ, ਮੈਨੂੰ ਆਪਣੇ ਦਰਸ਼ਨ ਦੀਦਾਰ ਕਰਵਾ ਦੇਣੇ, ਮੈਨੂੰ ਬਾਣੀ ਦੇ ਨਾਲ ਜੋੜ ਦੇਣਾ, ਮੈਨੂੰ ਚੰਗਾ ਬਣਾ ਦੇਣਾ। ਏਦਾਂ ਦੀ ਅਰਦਾਸ ਮੰਗ ਮਹਾਰਾਜ ਜੀ ਕਹਿੰਦੇ ਵਿਰਲੇ ਵਿਰਲੇ ਕਰਦੇ ਨੇ। ਤੇ ਗੁਰੂ ਮਹਾਰਾਜ ਜੀ ਮਿਹਰ ਕਰਨ, ਕਿਰਪਾ ਕਰਨ, ਉਹਨਾਂ ਵਿਰਲਿਆਂ ਦੇ ਵਿੱਚ ਅਸੀਂ ਵੀ ਆ ਜਾਈਏ। ਉਹਨਾਂ ਵਿਰਲੇ, ਉਹਨਾਂ ਜਿੱਤਣ ਵਾਲਿਆਂ ਦੇ ਵਿੱਚ ਅਸੀਂ ਵੀ ਹੋਈਏ, ਉਹ ਸੋਭਾ ਵਡਿਆਈ ਲੈਣ ਵਾਲਿਆਂ ਵਿੱਚ ਅਸੀਂ ਵੀ ਹੋਈਏ,
उस दृष्टि ते कृपा दे पात्र बनने वाले असीं भी होईए। सो इसलिए गुरु मेहर करे। जे असीं उठदे हां सानू वो उठाउंदा है, जे असीं बोलदे हां ते सानू वो बुलाउंदा है, जे असीं करदे हां ते वो साडे कोलों कराउंदा है, जे असीं सुणदे हां ते वो सुणाउंदा है। इस करके इन्हां जनता कै वस किश नाही, तुद वेकी जगति उपाया, एक नानू तो मेल लै एक आपो तुद खुआया। देखो हुण असीं एक दूजे दे रूबरू दर्शन कर रहे हैं। दुनिया दे विच ऐसे लोक ने, हो सकदा है हज़ारां दी गिनती विच होण, जिहड़े कल सी अज दे दिन दा दीदार नहीं कर रहे, जां जिहड़े कल तंदुरुस्त सन अज उन्हां दा शरीर तंदुरुस्त नहीं। तंदुरुस्ती भी एक बहुत वड्डी दात है, समझना इसमें। जे इंसान तंदुरुस्त होएगा, भगती भी ताई करेगा, नाम भी ताई जपेगा। जो रब ने पदार्थ दिते ने उन्होंने आनंद नाल ताई मानेगा जे तंदुरुस्ती होएगी। ये सारिया चीज़ां जड़ियां है ना, ये परमात्मा वाहिगुरु तो ही मिलदी हैं। जो मर्जी बंदा दावा करी जाए, नहीं जी मैं ते आप करदा, आप मेहनत करदा, मैं योगा करदा, मैं एक्सरसाइज करदा, मैं मॉर्निंग वॉक करदा, मैं आ करदा, खाने का क्या रखदा, पीण का क्या रखदा, सेहत का ध्यान रखदा। कुछ भी नहीं हो सकता, कुछ भी नहीं हो सकता। दावा नहीं किसी किस्म का किसी चीज़ का भी मैं ये करदा जां कर सकदा। ना मैं अपने शरीर नूं अपनी मर्जी दे नाल संभाल सकदा। जदों तक मैनू गुरु की मत नहीं मिलेगी, मैनू अपने आप का ज्ञान ही नहीं होएगा। मैनू अपनी बॉडी पार्ट्स का ज्ञान नहीं होएगा, बॉडी के अंदर जो रहिंदा है उहदा भी ज्ञान नहीं होएगा, और बाहर संसार दे विच जो वरतदा रहिंदा है मैनू उहदा भी ज्ञान गुरु तो बिना भाई रे गुरु बिन ज्ञान ना होए। गुरु तो बिना किसी भी चीज़ का ज्ञान नहीं होंदा। भावें इंसान जिन्नी मर्जी तरक्की कर ले, एक दिन हथियार डिगदे ने, एक दिन मोहताजी होंदी है, एक दिन हाथ कंबदे ने, एक दिन नज़रां जिहड़ियां ने ये कमज़ोर होंदियां, एक दिन शरीर झुकदा है, एक दिन शरीर कमज़ोर हुंदा है। ये बाणी विच लिखिया, सिर कंपियो पग डगमगे नैन जोत ते हीन। हर बंदे दी जिंदगी दे विच ये दिन आउणा है जिस दिन इहदे पग पैर डगमगाउणे ने, इहदे नेत्रां जां अखियां दे विचों जल निकलना, इहदे कंठ ने रुद्धा कंठ शब्द नहीं उचरिया अब क्या करे प्राणी, इहदे कंठ ने भी इसदा एक दिन साथ नहीं देना। ये जिहड़ी जवानी है ना, सुंदर मुखड़ा है, ये सुंदर मुखड़ा एक दिन नहीं रहना। जो अज 80 साल का है उन्होंने पूछे 20 साल वाला मुखड़ा तू देख सकदा है अज? नहीं देख। हुण ज्यों ज्यों औध वधदी जांदी है औध घटे दिन सरै नारे। मन गुरमिल काज सवारे मनुख दे तन दे विच, शरीरक क्रिया दे विच, बॉडी पार्ट्स दे विच, एनर्जी दे विच, खूबसूरती दे विच दिनों दिन जिहड़ा है वो फर्क पैना शुरू हो जाता है। फुल खिड़दे ने, हौली हौली फुल कई मुरझा भी जाते ने। खिड़े हुए फुल हर एक नूं सुंदर ते प्यारे लगते ने। मुरझाए हुए फुल, वाशना रहत फुल, उन्होंने कोई भी खरीददा नहीं, ताजे फुलों की डिमांड करते ने। सोच ले, ना बालपन ना जौवन ते ना बुढ़ेपा, ये सदा नहीं रहने। इन्हों काल या मौत जिहड़ी है अपने कलावे दे विच लैण लई खलोती है जां खड़ी। सानू लग रहा असी सदीवी हाँ, मैनू भी लग रहा होएगा, तुहानू भी लग रहा होएगा भी मैं इत्थे सदा हाँ सदीवी हाँ।
कोई 10 साल पहला चला गया, कोई 10 साल 20 साल बाद विच चला गया, सदीवी नहीं है। कोई दावा नहीं करे भी फलाना चला गया ते मैं अजे रहना नहीं, होर तू 10-20 साल रह लेगा, जाना ते पैना ही है। महाराज जी कहते इस संसार नूं छड्डना पैना, इस संसार दे विच तैनूं प्राहुणा बना के भेजिया। प्राहुणे जिहड़े ने वो सदा नहीं रहिंदे, उन्हां नूं मुड़ अपने घर वल परतना पैंदा, जाना पैंदा। इसलिए जाण तों पहिलां ये प्राण जिहड़े ने ये निकलन तो पहिलां कुछ ऐसा हो जाए, मनुख जिउंदा जी जिउंदा हो जाए, मनुख जिउंदे जी जिउंदा हो जाए। मतलब कि असीं जिउंदे नहीं, केवल साह चलने, अखियां नाल देखना, कन्नां नाल सुनना, स्पर्श करना, एहसास करना, केवल इन्हूं जिउना थोड़ा कहंदे ने। ये अगे मैं बेनती की तो सारे पशु पंछी जानवर भी करते हैं। जो असीं करते हाँ, जो असीं परिवार वधाउंदे हाँ, ये सब कुछ ये पशु पंछी जानवर भी करते हैं। इस तो हट के डिफरेंट वखरा असीं की कर सकते हैं? ये चीज़ मायने रखदी है। असीं की हाँ ते की कर सकते हैं, ये सानू श्री गुरु ग्रंथ साहब महाराज जी दसणगे। ते सानू गुरु ग्रंथ साहब महाराज जी दे कोल बैठ के और गुरु ग्रंथ साहब महाराज जी तो सानू गुरमत सीखनी चाहिए। मैनू तुहानू, मैं इस वेले तुहानू कोई गुरमत सिखा नहीं रहा। साडे सारियां दे अंदर एक मन है, मन तुहाडे अंदर भी मन है, वक्ते दे अंदर भी मन है, ते श्रोते दे अंदर भी मन है। ये मैनू संबोधित है, ये तुहानू संबोधन करदी है बाणी, मन नू संबोधन करदी है। जिन्नी बाणी है, वक्ता होवे, श्रोता होवे, कोई महापुरख होवे, भाई होवे, गुरमुख भगत प्यारा, आस्तिक होवे, नास्तिक होवे, सारियां दे मनां नू बाणी की कहंदी है? ए मन प्यारिया तू सदा सच संभल। किनू संबोधन है? तीजे पातशाह दा हुक्म है, ए मन प्यारिया तू सदा सच संभाले, एहो कुटुंब तू जे देखदा चले नहीं तेरे नाल, साथ तेरे चले नाही तिस नाल क्यों चित लाइए, ऐसा कम मोले ना कीचै जित अंत पछोताइए, सतगुर का उपदेश सुन तू होवे तेरे नाले, कहे नानक मन प्यारे तू सदा सच संभाले। इसलिए एक क्लियर है, ये सारी बाणी मन नू संबोधन है ते साडे मन ने मनना, साडे मन ने कबूल करना, कबूल किया जाता है, मन्निया जाता है, एक दूजे नू मन्निया जाता है। मतलब मनन का मतलब रिस्पैक्ट, इज्जत, मैं उसनू मन्निया। इसी तरह परमात्मा नू, गुरु नू जां गुरु दे हुक्म नू भी मनना चाहिए, मनना पैना है। ये सानू गुरु महाराज जी अपनी बाणी विच वार वार कहते हैं। पई मन्ने की गत कही ना जाए, जे को कहे पिछे पछताए, कागद कलम न लिखन हार, मन्ने काबह करन विचार। ऐसा नाम निरंजन होए जे को मन जाने मन को, मन्ने सुत होए मन बोध, मन्ने सगल भौण की सुध, मन्ने मोह चोटा न खाए, मन्ने जम के साथ न जाए। ऐसा नाम निरंजन होए जे को मन जाने मन कोय, मन्ने पावै मन्ने मार्ग ठाक न पाए, मन्ने परसों प्रगट जाए, मन्ने मग न चले पंथ, मन्ने धर्म सेती संबंध। ऐसा नाम निरंजन होए जी को मन जाने मन कोय, मन्ने पावै मोख द्वार, मन्ने परवार साधार, मन्ने तरे तारे गुर सिख, मन्ने नानक भवे ना भिख। ऐसा नाम निरंजन होए जिको मन जाने मन कोय। जेड़ा पुत्र, जिसदा पुत्र अपने पिता दी गल वार वार मनी जांदा है, एक पुत्र अपने पिता नू इग्नोर करी जांदा है, ओदी गल मनदा नहीं, कोई भी काम नहीं करदा, पिता उसनू कोई जिम्मेवारी नहीं दिंदा। इत्थों तक कई बार उस दे हिस्से जो आंदा है ओदे तो भी उसनू वांझा कर दिंदा। क्यों? क्योंकि वो आग्या विच नहीं, आग्याकारी नहीं।
इस करके जो आग्ञा दे विच हुंदा वो कोई भी होवे, लोग कई बार अपने नौकर ते बहुत ज़्यादा विश्वास करते हैं अपने नालों भी, क्योंकि वो आग्याकार होंदा। भावें उन्हां दा पुत्र धी ना ही होवे, कई बार दूसरे ते विश्वास ज़्यादा हो जाता है, क्योंकि वो आग्याकारी होंदे ने। वो हर गल नूं मनदे ने, फुल चढ़ाउंदे ने, सच करके मनदे ने। ते तुम ते हो सो आग्याकारी, इस करके जो आग्या दे विच रहिंदा है, जो हुक्म दे विच रहिंदा है, वो सब कुछ लै जांदा है, सब कुछ मान लैंदा है। जे भाई लैणा जी आग्या दे विच रहे तो सब कुछ लै गए, जे बाबा अमरदास जी आग्या विच रहे तो सब कुछ लै गए, भाई जेठा जी जी पातशाह जी आग्या विच रहे तो सब कुछ लै गए। जिन्ने पातशाह साडे होए ने, भगत जन होए ने, गुरसिख प्यारे होए ने, जो भी आग्या दे विच रहा वो सब कुछ लै गया, सब कुछ, थोड़ा नहीं, सब कुछ पूरा ही लै गया, सारा ही। सो इसलिए जो गुरु दी आग्या विच रहेगा, हुक्म मनिए होवे प्रवान, तां खसमे का महल पायसी, खसमे भावे सो करे, मनो चिंदिया सो फल पायसी, तां दरगाह पैदा जायसी। आओ लड़ीवार शब्द की विचार आरंभ करते हैं। श्री गुरु ग्रंथ साहब जी के अंग 276 के उपर शब्द अंकित है, और बहुत ही प्यारे प्रमाण दे के महाराज जी सानू समझाउणगे, और बड़ी ही एकाग्रता प्रेम दे नाल, अडोलता दे नाल गुरु दे शब्द चरनां नाल जुड़न दा यतन करिए। सुखमनी साहब दी बाणी दीयां पंक्तियां ने, कई कोट राजस तामस सातक, कई कोट वेद पुराण सिमरत अर सासत। भिन्न भिन्न प्रकार दियां बनाइया हुई संसार दियां वस्तुआं, भिन्न भिन्न प्रकार दे बंदे, मिट्टी एक ही है पर भिन्न भिन्न हो गई, भिन्न भिन्न तरह दे डिफरेंट, अलग अलग, अलहदा, वखरे। ये सारा कुछ परमात्मा ने पैदा कर दिता। रजो तमो सतो गुणी वाले मनुख संसार दे विच पैदा कर दिते। नास्तिक आस्तिक इस संसार दे विच पैदा हो गए। वैसे शुरुआत तो इस तरह हुई है, परमात्मा ने मनुख नूं अपने रूप दे विच ही पैदा किया, अपने रूप दे विच ही पैदा किया, और कह दिता भी तू मेरा रूप है, तू मेरी जोत है। इस करके परमात्मा ने सब सृष्टि नूं अपने रूप दे विच ही पैदा किया। पर जिवें असीं बहुत अच्छा बीज खेतीबाड़ी महकमे दे विचों महाराज दी सलाह दे नाल लिया के अपने खेत पैली दे विच बीजदे हां, इन्ना वधिया बीज होने के बावजूद भी कई बार उस नूं बीमारी लग जाती है। इन्ना वधिया बीज होने के बावजूद भी उहदे आसे पासे नदीन, घाह फूस जां होर कई तरह के पत्ते, जड़ां जड़ियां ने वो पैदा हो जांदियां हन। बीज अच्छा सी, चंगा सी, सोधिया होया सी, महाराज दी सलाह दे नाल लिआंदा सी, पर फिर भी कई बार उस विच खराबी आ जाती है। परमात्मा ने भांडे जिहड़े साजे सी, आपे भांडे साजे ने आपे पूरन दे, ये साजे दे बहुत प्यारे सी, पर भांडे नूं खराब कर लिया इंसान ने खुद ही। माड़ियां चीज़ां जड़ियां ने इस भांडे दे विच खुद ही पाउणियां शुरू कर दित्तियां। भांडे दे विच चीज़ पाउण दी लिमिट हुंदी है। भांडे नूं किन्ना क सेक लवाउणा है। कच्चे भांडे जिवें किसी नूं पता है भी उन्हां नूं किन्ना क सेक लवाउणा है, किन्नी क सेक दे विच उहदे विच रोटी खाना पकाउणा है, ये लिमिट हुंदी है। ते जे भांडे नूं तुसीं देखना, भांडा अग दे उपर रख दिता जावे, उहदे विच कुछ भी ना पाओ, वैसे ही वो लाल हो जाए तो उहदा थल्ला सारा सड़ जाता, और कई बार वो विंगा टेढ़ा भी हो जाता है, उहदी परत पतली पै जाती है। जे भांडा है
ਤੇ ਉਸ ਨੂੰ ਅੱਗ ਦੇ ਉੱਪਰ ਬੜੇ ਤਰੀਕੇ ਦੇ ਨਾਲ ਰੱਖਿਆ ਜਾਂਦਾ। ਉਹਦੇ ਵਿੱਚ ਖਾਣਾ, ਭੋਜਨ, ਸਬਜ਼ੀ, ਭਾਜੀ ਜੋ ਵੀ ਬਣਾਉਣਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਸ ਨੂੰ ਵਰਤਣਾ ਪੈਂਦਾ, ਤਾਂ ਭਾਂਡੇ ਦਾ ਫਾਇਦਾ। ਜੇ ਭਾਂਡੇ ਨੂੰ ਵਰਤਣਾ ਹੀ ਨਾ ਆਇਆ, ਧਿਆਨ ਦੇਣਾ, ਜੇ ਭਾਂਡੇ ਨੂੰ ਮਾਂਜਣਾ ਹੀ ਨਾ ਆਇਆ, ਧੋਣਾ ਹੀ ਨਾ ਆਇਆ, ਕਈ ਵਾਰ ਭਾਂਡੇ ਜਿਹੜੇ ਨੇ ਸਾਫ਼ ਨਹੀਂ ਕਈਆਂ ਕੋਲ ਹੁੰਦੇ ਤੇ ਦੁਬਾਰਾ ਕਹਿ ਦਿੰਦਾ ਵੀ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰੋ, ਇਹ ਸਾਫ਼ ਨਹੀਂ ਹੈ, ਤੈਨੂੰ ਭਾਂਡਾ ਨਹੀਂ ਧੋਣਾ ਆਇਆ, ਤੈਨੂੰ ਭਾਂਡਾ ਨਹੀਂ ਧੋਣਾ ਆਉਂਦਾ। ਤੇ ਮਹਾਰਾਜ ਜੀ ਕਹਿੰਦੇ ਨੇ ਭਾਂਡਾ ਧੋਏ ਬੈਸ ਧੂਫ ਦੇਵੋ ਤੋ ਦੁੱਧੇ ਕੋ ਜਾਵੋ। ਮਹਾਰਾਜ ਜੀ ਕਹਿੰਦੇ ਤੈਨੂੰ ਮਨ ਰੂਪੀ ਭਾਂਡਾ ਅਜੇ ਤੱਕ ਧੋਣਾ ਨਹੀਂ ਆਇਆ, ਤੈਨੂੰ ਪਤਾ ਨਹੀਂ ਲੱਗਾ ਵੀ ਇਸ ਮਨ ਰੂਪੀ ਭਾਂਡੇ ਦੇ ਵਿੱਚ ਕੀ ਪਾਉਣਾ ਸੀ। ਤੈਨੂੰ ਜੋ ਪਾਉਣ ਦੇ ਲਈ ਕਿਹਾ ਤੂੰ ਸਾਰੀ ਜ਼ਿੰਦਗੀ ਨਹੀਂ ਪਾਇਆ, ਤੇ ਜਿਸ ਚੀਜ਼ ਨੂੰ ਪਾਉਣ ਤੋਂ ਮਨਾ ਕੀਤਾ ਸੀ ਤੂੰ ਉਹ ਪਾ ਕੇ ਬੈਠਾ ਹੈ। ਮਤਲਬ ਤੂੰ ਇਸ ਮਨ ਰੂਪੀ ਭਾਂਡੇ ਦੇ ਵਿੱਚ ਕਾਮ, ਵਾਸ਼ਨਾ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਫ਼ਰਤ, ਲੜਾਈ, ਝਗੜੇ, ਨਿੰਦਿਆ, ਏਦਾਂ ਦੀਆਂ ਚੀਜ਼ਾਂ ਇਸ ਭਾਂਡੇ ਦੇ ਵਿੱਚ ਪਾ ਕੇ ਬੈਠਾ। ਰੱਬ ਤੇ ਇਸ ਭਾਂਡੇ ਦੇ ਵਿੱਚ ਨਾਮ ਰੂਪੀ ਕੀਮਤੀ ਵਸਤੂ ਪਾਉਣ ਦੇ ਲਈ ਤਿਆਰ ਬੈਠਾ ਸੀ, ਪਰ ਜਦੋਂ ਉਸਨੇ ਦੇਖਿਆ ਤੇਰਾ ਭਾਂਡਾ ਮੈਲਾ, ਉਸਨੇ ਆਪਣਾ ਹੱਥ ਹਟਾ ਲਿਆ। ਸਾਨੂੰ ਪਤਾ ਲੱਗੇ ਜਿਸ ਭਾਂਡੇ ਵਿੱਚ ਦੁੱਧ ਪਾਣਾ ਹੈ ਉਸ ਵਿੱਚ ਥੰਧਿਆਈ ਜੰਮੀ ਹੈ, ਕਾਲਖ ਲੱਗੀ ਹੈ। ਕੋਈ ਵੀ ਸਿਆਣਾ ਬੰਦਾ ਭਾਂਡੇ ਵਿੱਚ ਦੁੱਧ ਨਹੀਂ ਪਾਉਂਦਾ, ਉਹਨੂੰ ਪਤਾ ਹੈ ਵੀ ਦੁੱਧ ਜਿਹੜਾ ਹੈ ਜਿਸ ਭਾਂਡੇ ਵਿੱਚ ਪਾਇਆ ਗਿਆ ਇਸਨੇ ਫਟ ਜਾਣਾ, ਮਤਲਬ ਖਰਾਬ ਹੋ ਜਾਣਾ। ਖਾਸ ਕਰਕੇ ਦੁੱਧ ਵਰਗੀ ਵਸਤੂ ਪਾਉਣ ਤੋਂ ਪਹਿਲਾਂ ਸਿਆਣੇ ਲੋਕ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਨੇ, ਮਾਂਜਦੇ ਨੇ, ਧੋਂਦੇ ਨੇ, ਫਿਰ ਪਾਉਂਦੇ ਨੇ। ਤੇ ਜਿਹੜਾ ਮਨ ਇਹ ਸਾਡਾ ਭਾਂਡਾ, ਇਹਦੇ ਵਿੱਚ ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ਾਂ ਪਾਉਣ ਲਈ ਤਿਆਰੀ ਕੀਤੀ ਹੋਈ। ਤੇ ਜਦੋਂ ਮਹਾਰਾਜ ਜੀ ਭਾਂਡਾ ਦੇਖਦੇ ਨੇ ਮੈਲ ਦੇ ਨਾਲ ਭਰਿਆ ਤੇ ਉਹ ਆਪਣਾ ਹੱਥ ਪਿੱਛੇ ਕਰ ਲੈਂਦੇ ਨੇ। ਇਸ ਕਰਕੇ ਹੀ ਸਾਨੂੰ ਜੀਵਨ ਵਿੱਚ ਪੂਰਨ ਸੁੱਖ ਨਹੀਂ ਮਿਲਦੇ, ਸਾਡੀ ਜੀਵਨ ਦੇ ਵਿੱਚ ਤਰੱਕੀ ਨਹੀਂ ਹੁੰਦੀ, ਕਿਉਂਕਿ ਸੱਚ ਹੈ, ਚਾਹੇ ਮੈਂ ਆ ਚਾਹੇ ਤੁਸੀਂ ਹੋ, ਜਦੋਂ ਹੋਏਗਾ ਭਾਂਡਾ ਸਾਫ਼ ਬਰਕਤ ਉਦੋਂ ਹੀ ਪੈਣੀ। ਮੈਂ ਗੁਰੂ ਦੀ ਗੋਦ ਵਿੱਚ ਬੈਠਾ ਕਥਾ ਕਰ ਰਿਹਾ, ਵਿਆਖਿਆ ਕਰ ਰਿਹਾ, ਜੇ ਮੇਰੇ ਭਾਂਡੇ ਦੇ ਵਿੱਚ ਕਿਸੇ ਪ੍ਰਤੀ ਈਰਖਾ ਇਸ ਟਾਈਮ ਵੀ ਚੱਲਦੀ ਹੈ, ਜੇ ਮੇਰੇ ਇਸ ਮਨ ਜਾਂ ਹਿਰਦੇ ਰੂਪੀ ਭਾਂਡੇ ਦੇ ਵਿੱਚ ਅਜੇ ਵੀ ਕੋਈ ਮੈਲਾਪਨ ਚੱਲਦਾ ਪਿਆ, ਭਾਵੇਂ ਮੈਂ ਗੁਰੂ ਦੀ ਗੋਦ ਵਿੱਚ ਬੈਠ ਕੇ ਕਿਉਂ ਨਹੀਂ ਬੋਲ ਰਿਹਾ, ਮੇਰੇ ਤੇ ਬਖਸ਼ਿਸ਼ ਨਹੀਂ ਹੋਣੀ। ਕਿਉਂ? ਮਹਾਰਾਜ ਜੀ ਕਹਿੰਦੇ ਭਾਂਡਾ ਸੁਥਰਾ ਸਾਫ਼ ਚਾਹੀਦਾ, ਕੋਈ ਕਿਸੇ ਕਿਸਮ ਦਾ ਇਸ ਦੇ ਅੰਦਰ ਭਰਮ ਨਹੀਂ ਹੋਣਾ ਚਾਹੀਦਾ, ਕੋਈ ਡਾਊਟ, ਕੋਈ ਸ਼ੱਕ ਨਹੀਂ ਹੋਣਾ ਚਾਹੀਦਾ, ਕਿਸੇ ਪ੍ਰਤੀ ਈਰਖਾ ਨਹੀਂ ਹੋਣੀ ਚਾਹੀਦੀ ਵੀ ਕੋਈ ਕਿਸ ਤਰ੍ਹਾਂ ਦਾ, ਕੋਈ ਕਿਸ ਤਰ੍ਹਾਂ ਦਾ, ਕਿਸੇ ਤਰ੍ਹਾਂ ਦੀ ਇਦਾਂ ਦੀ ਭਾਵਨਾ ਅੰਦਰ ਨਹੀਂ ਆਉਣੀ ਚਾਹੀਦੀ। ਔਰ ਮਨ ਬਿਲਕੁਲ ਸਾਫ਼ ਹੋਣਾ ਚਾਹੀਦਾ। ਜਿਵੇਂ ਅਸੀਂ ਆਪਣੇ ਸਰੀਰ ਨੂੰ ਮਹਾਰਾਜ ਕਹਿੰਦੇ ਦੇ ਸਾਬੂਨ ਲਈਏ ਉਹ ਧੋਏ, ਮੂਤ ਪਲੀਤੀ ਕੱਪੜ ਹੋਏ, ਭਰੀਏ ਮਤ ਪਾਪਾ ਕੈ ਸੰਗਿਓ ਧੋਪੈ ਨਾਵੇ ਕਰਾਂਗੇ। ਇਸ ਤਰ੍ਹਾਂ ਇਸ ਮਨ ਨੂੰ ਸਾਫ਼ ਕਰਨਾ। ਸੋ ਪੰਕਤੀ ਆਰੰਭ ਹੋਈ ਹੈ, ਕਈ ਕੋਟ ਰਾਜਸ ਤਾਮਸ ਸਾਤਕ ਰਜੋ ਤਮੋ ਸਤੋ ਗੁਣ ਦੇ ਵਾਲੇ ਹਨ। ਕਈਆਂ ਦਾ ਸੁਭਾਅ ਕਾਲਾ ਹੈ, ਕਈਆਂ ਦਾ ਠੰਡਾ ਹੈ, ਕਈਆਂ ਦਾ ਕਿਸੇ ਤਰ੍ਹਾਂ ਦਾ, ਕਈਆਂ ਦਾ ਕੌੜਾ ਬੋਲਣ ਦਾ, ਕਈਆਂ ਦਾ ਮਿੱਠਾ ਬੋਲਣ ਦਾ, ਕਿਸੇ ਦਾ ਸਹਿਜਵਾਲ। ਮਤਲਬ ਅਨੇਕ ਪ੍ਰਕਾਰ ਦੇ ਗੁਣ, ਅਨੇਕ ਪ੍ਰਕਾਰ ਦੇ ਔਗਣ ਸੰਸਾਰ ਦੇ ਵਿੱਚ ਸਮਾਏ ਹੋਏ ਨੇ, ਤੇ ਇਹਨਾਂ ਦਾ ਰੂਪ ਹੀ ਰਜੋ ਤਮੋ ਤੇ ਸਤੋ ਗੁਣ ਦੇ ਵਿੱਚ, ਇਹਦੇ ਮੁਤਾਬਕ ਹੀ ਇਹ ਚੀਜ਼ਾਂ ਬਣਦੀਆਂ ਨੇ। ਰਜੋ ਤਮੋ ਸਤੋ ਗੁਣ ਦੇ ਵਿੱਚ ਇਨਸਾਨ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸ਼ਾਸਤਰ, ਸੰਸਾਰ ਦੇ ਵਿੱਚ ਅਣਗਿਣਤ ਜਾਂ ਕਰੋੜਾਂ ਹੀ ਇਨਸਾਨ ਐਸੇ ਨੇ ਜੋ ਗ੍ਰੰਥਾਂ ਦਾ ਅਧਿਐਨ ਕਰ ਰਹੇ ਨੇ। ਮੈਂ ਇਹਦੇ ਨਾਲ ਇਹ ਵੀ ਜ਼ਰੂਰ ਬੋਲਦਾ ਹੁੰਦਾ, ਉਲਟ ਵੀ ਜਿਹੜੀ ਚੀਜ਼ ਚੱਲਦੀ ਹੋਈ, ਔਰ ਅਣਗਿਣਤ ਤੇ ਕਰੋੜਾਂ ਦੀ ਗਿਣਤੀ ਵਿੱਚ ਉਹ ਹਨ ਜਿਨ੍ਹਾਂ ਨੇ ਕਦੇ ਵੀ ਕਿਸੇ ਗ੍ਰੰਥ ਨੂੰ ਪੜ੍ਹਨ ਦੀ ਕੋਸ਼ਿਸ਼ ਜਾਂ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ।
जिन्ना भी लिटरेचर है, जिन्ना भी इतिहास है, धार्मिक ग्रंथ ने, चाहे अपने धर्म के होण चाहे दूसरे धर्मां दे होण, उन्हां नूं सुनना ते पढ़ना बहुत जरूरी है। तां ही बंदा सच नूं बाहर कढ के लियाएगा। केवल असीं श्री गुरु ग्रंथ साहब महाराज जी नूं नहीं पढ़ना, होर भी धर्मां दे ग्रंथ ने, उन्हां नूं भी पढ़ना है ते सुनना है भी की फर्क है, की डिफरेंस है, फिर ही सानूं पता लगेगा। इस करके महाराज कहते संसार दे विच करोड़ां लोग ऐसे ने जो वेद ग्रंथ शास्त्र सिमरतियां वेद पुराण, इस करके कुरान सारे ही ग्रंथ गुरु ग्रंथ साहब सारे ही लोग ग्रंथ नूं पढ़ रहे हैं, ग्रंथां दा अध्ययन कर रहे हैं करोड़ां की गिनती दे विच। और कई कोट किए रतन समुंद, कई कोट नाना प्रकार जंत। उस परमात्मा ने इस संसार दे विच, और एक सागर भी कहते सागर दे विच भी अनेकां ही रतन अनेकां ही धातां जड़ियां ने कीमती, उस सागर दे विच पैदा कीतियां ने, उत्थे रखियां ने। बहुत कीमती चीज़ां जड़ियां ने उस सागर दे विचों निकलदियां ने। इत्थे वो भी सागर की गल है, संसार सागर की गल है, एक अंदर साडे सागर चलदा है, ओहदी भी गल है, सारियां दी गल है। जिवें बाहरले सागर दे विच बहुत कुछ कीमती वस्तुआं हन, इस तरह जदों असीं संसार सागर नूं देखदे हां, इस दे अंदर भी जदों असीं अपने अंदर दे सागर नूं देखदे हां, क्योंकि गुरु दा शब्द गुरु दा ग्रंथ भी गुर सागर रतनी भरपूरे, वो भी सागर है। ते जिहड़ी साडी अंतर आत्मा जिथे वसी हुई रहिंदी, ये भी एक बहुत वड्डा सागर है। इहदे विच भी बहुत कुछ समाया होया। साडे अंदर भी बहुत बड़ियां यादां, बहुत कुछ असीं इकट्ठा करके अपने अंदर रखिया होया है। बहुत याद, बहुत चीज़ां नूं कंठ करके असी अपने अंदर रखिया होया। बाहर भी खजाने हन और अंदर भी खजाने हन। और दुनिया दे लोग महाराज जी कहते हैं बहुत ज्यादा वेदां शास्त्रां सिमरतियां ग्रंथां दे ज्ञान नूं प्राप्त कर रहे हैं। प्राप्त करना होर गल है और ज्ञानी हो जाना होर गल है सचमुच दा। सो इसलिए ज्ञान नूं प्रैक्टिकल रूप दे विच जदों जिंदगी विच कोई अपनाएगा, वो होर तरह की अवस्था बनेगी। केवल कल्ला नॉलेज ज्ञान प्राप्त करना ये होर चीज़ है। ज्ञान नूं दृढ़ करना, ज्ञान नूं कमाउणा होर गल है। कल्ला ज्ञान सरवण करना जां इकट्ठा करना होर गल है। जे किसी कोल कोई ज्ञान वाली चीज़ है, उस चीज़ नूं कमाउंदा नहीं, उसनूं शेयर नहीं करता, उसनूं वंडदा नहीं, उस दे नाल किसी दा भला नहीं करता, ते ओ फिर ओ ज्ञान दा रूप कुछ होर होएगा। सो महाराज जी कहते बहुत ज़्यादा इस संसार दे विच ऐसे हैं जो ग्रंथां दा अध्ययन कर रहे हैं। बहुत चंगी गल है। जिहड़े नहीं करते उन्होंने करना चाहिए। जिन्हां ने कर लिया उन्होंने ग्रंथां दे मुताबक अपना जीवन बतीत करना चाहिए। सो कई कोट नाना प्रकार जंत, कई कोट की रतन समुंद, करोड़ा ही रतन जिहड़े ने उस मालक ने पैदा कर दिते। मैं जिवें पहला बेनती कीती है, सागरां दे विच भी लभणगे ते इस संसार सागर दे विचों भी लभणगे। बड़ियां प्यारियां रूहां जिहड़ियां ने ਉਹ ਹੀਰਿਆਂ ਵਰਗੀਆਂ ਹੁੰਦੀਆਂ ਨੇ। ਗੁਰਮੁਖ ਪਿਆਰੇ ਜਿਹੜੇ ਨੇ ਹਰ ਹੀਰਾ ਜਨ ਜੌਹਰੀ, ਇਹ ਹੀਰੇ ਵਰਗੀਆਂ ਰੂਹਾਂ ਹੁੰਦੀਆਂ ਹਨ। ਇਸ ਕਰਕੇ ਸੰਸਾਰ ਦੇ ਵਿੱਚ ਬਹੁਤ ਐਸੇ ਨੇ ਜਿਹੜੇ ਹੀਰੇ ਨੇ, ਹੀਰਿਆਂ ਵਰਗੇ ਨੇ, ਔਰ ਰਤਨ ਵੀ ਬਹੁਤ ਨੇ। ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ थी है। बड़े बड़े लंबियां उम्र वाले जीव और नरजीव इस संसार दे विच हन, परमात्मा दे पैदा किए हुए। कई कोट नाना प्रकार जंत, मतलब नाना कई प्रकार दियां
ਚੀਜ਼ਾਂ ਵਸਤੂਆਂ ਜੀਵ ਜੰਤੂ ਇਸ ਸੰਸਾਰ ਤੇ ਉਸ ਪਰਮੇਸ਼ਰ ਨੇ ਬਣਾ ਕੇ ਭੇਜੇ ਹੋਏ ਹਨ। ਕਈ ਕੋਟ ਕੀਏ ਚਿਰਜੀਵੇ, ਲੰਮੀਆਂ ਲੰਮੀਆਂ ਉਮਰਾਂ ਵਾਲੇ, ਲੰਮੀਆਂ ਲੰਮੀਆਂ ਉਮਰਾਂ ਵਾਲੇ। ਸਾਨੂੰ ਆਪਣੀ ਉਮਰ 100 ਸਾਲ ਦਾ ਪਤਾ, ਪਰ ਹਜ਼ਾਰਾਂ ਲੱਖਾਂ ਸਾਲ ਦੀ ਉਮਰਾਂ ਵਾਲੀਆਂ ਵੀ ਚੀਜ਼ਾਂ ਜੀਵ ਔਰ ਨਿਰਜੀਵ ਦੇ ਵਿੱਚ ਹਨ। ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਰੋੜਾਂ ਹੀ ਸੋਨੇ ਦੇ ਸੁਮੇਰ ਪਰਬਤ, ਬੜੀਆਂ ਮਹਿੰਗੀਆਂ ਚੀਜ਼ਾਂ ਧਾਤਾਂ ਉਸ ਪ੍ਰਮਾਤਮਾ ਨੇ ਬਣਾ ਕੇ ਇਸ ਸੰਸਾਰ ਤੇ ਰੱਖੀਆਂ ਹੋਈਆਂ ਹਨ। ਕਿਹਦੇ ਲਈ? ਮਨੁੱਖ ਦੇ ਲਈ। ਪਰ ਇਹ ਮਨੁੱਖ ਉਸ ਦਾ ਇਸਤੇਮਾਲ ਕਿਸ ਤਰ੍ਹਾਂ ਕਰਦਾ, ਇਹ ਮਨੁੱਖ ਤੇ ਜਿਹੜਾ ਉਹ ਡਿਪੈਂਡ ਕਰਦਾ। ਪੈਸਾ ਧਨ ਦੌਲਤ ਦੁਨੀਆ ਦੇ ਵਿੱਚ ਬਹੁਤ ਹੈ, ਉਸ ਦਾ ਇਸਤੇਮਾਲ ਕਿਸ ਤਰ੍ਹਾਂ ਕੋਈ ਕਰਦਾ, ਇਹ ਉਸ ਦੀ ਸੋਚ ਦੇ ਉੱਪਰ ਔਰ ਉਸ ਦੇ ਆਪਣੇ ਦਿਮਾਗ ਦੇ ਉੱਪਰ ਇਹ ਡਿਪੈਂਡ ਕਰਦਾ ਵੀ ਉਸ ਰੁਪਈਏ ਪੈਸੇ ਨੂੰ ਉਹ ਕਿਸ ਤਰ੍ਹਾਂ ਖਰਚ ਕਰੇਗਾ, ਇਸ ਨੂੰ ਕਿਸ ਕਰਮ ਦੇ ਲਈ ਲਾਏਗਾ। ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਜ। ਭੂਤ ਦਾ ਮਤਲਬ ਭੂਤ ਹੀ ਹੁੰਦਾ, ਪ੍ਰੇਤ ਸ਼ੂਕਰ ਮਤਲਬ ਸੂਰ, ਮਿਰਗਾਚ ਮਤਲਬ ਸ਼ੇਰ। ਜੇ ਅਸੀਂ ਪਦ ਦੇ ਅਰਥ ਕਰਨੇ ਹੋਣ ਤੇ ਇਹਦਾ ਮਤਲਬ ਇਹ ਨਿਕਲਦਾ ਭੂਤ ਪ੍ਰੇਤ ਸੂਰ ਤੇ ਸ਼ੇਰ। ਜੇ ਭਾਵ ਅਰਥ ਵੱਲ ਜਾਈਏ ਤੇ ਫਿਰ ਇਹਦੀ ਵਿਆਖਿਆ ਬਹੁਤ ਵੱਡੀ ਹੋਏਗੀ, ਬਹੁਤ ਜ਼ਿਆਦਾ ਹੋਏਗੀ। ਤੁਸੀਂ ਬਹੁਤ ਵਾਰੀ ਸਰਵਣ ਕਰ ਦਿੱਤਾ ਹੈ, ਇਹ ਕਰ ਲਿਆ ਔਰ ਕਰ ਚੁੱਕੇ ਹਾਂ। ਤੇ ਭੂਤ ਕਿਹਨੂੰ ਕਹਿੰਦੇ ਨੇ, ਪ੍ਰੇਤ ਕਿਹਨੂੰ ਕਹਿੰਦੇ ਨੇ? ਜਿਹੜਾ ਇਨਸਾਨ ਦੂਸਰੇ ਇਨਸਾਨ ਦਾ ਨੁਕਸਾਨ ਕਰੇ, ਦੂਸਰੇ ਦੇ ਲਈ ਆਫਤ ਬਣ ਜਾਏ। ਧਿਆਨ ਦੇਣਾ, ਦੂਸਰੇ ਦੀ ਜ਼ਿੰਦਗੀ ਨੂੰ ਖਰਾਬ ਕਰ ਦੇਵੇ, ਜ਼ਿੰਦਗੀ ਜਿਉਣ ਛੋੜਾ ਨਾ ਲੈ, ਜ਼ਿੰਦਗੀ ਜਿਉਣ ਜੋਗਾ ਨਾ ਛੱਡੇ, ਉਹ ਅਸਲ ਦੇ ਵਿੱਚ ਭੂਤ ਪ੍ਰੇਤ ਹੀ ਹੁੰਦਾ। ਮਤਲਬ ਭੂਤ ਪ੍ਰੇਤ ਦਾ ਜਿਹੜਾ ਅਰਥ ਅਸੀਂ ਇਹੀ ਕਰਦੇ ਹਾਂ, ਕੋਈ ਇੱਕ ਡਰਾਵਨੀ ਚੀਜ਼, ਇੱਕ ਭੈੜੀ ਚੀਜ਼, ਇੱਕ ਖਰਾਬ ਚੀਜ਼। ਤੇ ਜਿਹੜਾ ਖਰਾਬ ਮਨੁੱਖ ਹੈ, ਭੈੜੀ ਸੋਚ ਵਾਲਾ ਮਨੁੱਖ ਹੈ, ਦੂਸਰੇ ਤੇ ਜ਼ੁਲਮ ਕਰਨ ਵਾਲਾ ਮਨੁੱਖ ਹੈ, ਦੂਸਰੇ ਦਾ ਸ਼ੋਸ਼ਣ ਕਰਨ ਵਾਲਾ ਮਨੁੱਖ ਹੈ, ਗਰੀਬ ਨੂੰ ਦੱਬਣ ਵਾਲਾ ਮਨੁੱਖ ਹੈ, ਔਰ ਕਿਸੇ ਨੂੰ ਲੁੱਟਣ ਵਾਲਾ ਤਨ ਧਨ ਕਰਕੇ ਕੋਈ ਮਨੁੱਖ ਹੈ, ਉਹ ਭੂਤ ਹੈ, ਉਹ ਪ੍ਰੇਤ ਵਾਂਗੂ ਹੀ ਹੈ। ਹੋਰ ਕੋਈ ਸਿੰਘਾਂ ਵਾਲੇ ਨੇ ਨਹੀਂ ਆਉਣਾ, ਹੋਰ ਕੋਈ ਕਾਲੇ ਮੁੱਖ ਵਾਲੇ ਨੇ ਨਹੀਂ ਆਉਣਾ ਜਿਸ ਨੇ ਸਾਨੂੰ ਡਰਾਉਣਾ। ਜਿਸ ਨੂੰ ਦੇਖਣ ਨੂੰ ਦਿਲ ਨਹੀਂ ਕਰਦਾ, ਉਹ ਭੂਤ ਪ੍ਰੇਤ ਵਾਂਗੂ ਹੀ ਹੈ। ਇਸ ਕਰਕੇ ਕਬੀਰ ਜੀ ਦੀ ਪੰਕਤੀ ਅਸੀਂ ਅਕਸਰ ਪੜ੍ਹਦੇ ਹਾਂ, ਜੈ ਕਰ ਸਾਧਨਾ ਸੇਵੀ ਹੈ, ਹਰ ਕੀ ਸੇਵਾ ਨਾ ਹੈ, ਤੈ ਘਰ ਮਰ ਹਟ ਸਾਰਖੈ, ਭੂਤ ਵਸੇ ਤਿਨ ਮਾਏ। ਅਸੀਂ ਮੁਰਦੇ ਨੂੰ ਵੀ ਕਈ ਵਾਰ ਭੂਤ ਸਮਝ ਲੈਂਦੇ ਹਾਂ, ਪ੍ਰੇਤ ਸਮਝ ਲੈਂਦੇ ਹਾਂ। ਤੇ ਮਹਾਰਾਜ ਜੀ ਕਹਿੰਦੇ ਉਹ ਜਿਉਂਦੇ ਜੀ ਸਾਰੇ ਤੁਸੀਂ ਭੂਤ ਪ੍ਰੇਤ ਹੀ ਹੋ, ਜੇਕਰ, ਪਰ ਜੇਕਰ ਵਿੱਚ ਲਿਖਿਆ, ਜੇਕਰ ਆ ਗਿਆ, ਜੇਕਰ ਤੁਸੀਂ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ, ਜੈ ਪ੍ਰੀਤ ਨਾਹੀ ਭਗਵੰਤ। ਜੋ ਰੱਬ ਨੂੰ ਮੰਨਦੇ ਨਹੀਂ, ਜੋ ਸੱਚ ਦੇ ਰਸਤੇ ਤੇ ਚੱਲਦੇ ਨਹੀਂ, ਜੋ ਇਮਾਨਦਾਰੀ ਦੇ ਨਾਲ ਜੀਵਨ ਨਹੀਂ ਬਤੀਤ ਕਰਦੇ, ਜਿਨ੍ਹਾਂ ਦੇ ਅੰਦਰ ਸੱਚ ਨਹੀਂ, ਜਿਨ੍ਹਾਂ ਦੇ ਅੰਦਰ ਪੁੰਨਦਾਨ ਨਹੀਂ, ਚੰਗੀ ਭਾਵਨਾ ਨਹੀਂ, ਸੋ ਮਹਾਰਾਜ ਜੀ ਕਹਿੰਦੇ ਨੇ ਉਹ ਲੋਕ ਜਿਹੜੇ ਨੇ ਸੱਚਮੁੱਚ ਹੀ ਭੂਤ ਪ੍ਰੇਤ ਹੀ ਹਨ। ਤੇ ਧਿਆਨ ਦੇਣਾ, ਸ਼ੂਕਰ ਲਿਖਿਆ, ਸ਼ੂਕਰ ਦਾ ਮਤਲਬ ਹੈ ਸੂਰ ਹੁੰਦਾ। ਤੇ ਸੂਰ ਦੀ ਅਸੀਂ ਗੱਲ ਕਰਕੇ, ਸੂਰ ਕਿਹੜਾ ਕੋਈ ਮਹਾਨ ਹੈ ਜਿਹਦੀ ਅਸੀਂ ਗੱਲ ਕਰੀਏ, ਪਰ ਇੱਥੇ ਸੂਰ ਦੀ ਉਦਾਹਰਨ ਦਿੱਤੀ ਹੈ ਬੰਦੇ ਨਾਲ। ਸੂਰ ਦਾ ਮਤਲਬ ਕੰਮ ਕੀ ਹੁੰਦਾ ਹੈ, ਇਹ ਵੀ ਬੜੀ ਵਾਰ ਸਰਵਣ ਕੀਤਾ ਹੈ, ਪਰ ਸ਼ਬਦ ਆਇਆ ਉਹਦੇ ਅਰਥ ਤੇ ਕਰਨੀ ਹੈ। ਸੂਰ ਦਾ ਕੰਮ ਹੁੰਦਾ ਵੀ ਗੰਦਗੀ ਹੀ ਖਾਈ ਜਾਣੀ, ਗੰਦਗੀ ਹੀ ਖਾਈ ਜਾਣੀ, ਬਹੁਤ ਗੰਦਗੀ ਖਾਂਦਾ ਹੈ, ਉਹ ਬੜੀ ਉਹਨੂੰ ਪਸੰਦ ਹੈ। ਜੋ ਇਨਸਾਨ ਹੋ ਕੇ ਨਿੰਦਿਆ ਰੱਜ ਕੇ ਕਰਦਾ, ਚੁਗਲੀਆਂ ਕਰਦਾ, ਇਸ ਤਰ੍ਹਾਂ ਦਾ ਗੰਦ ਖਾਂਦਾ, ਉਹ ਮਹਾਰਾਜ ਜੀ ਕਹਿੰਦੇ ਸੂਰ ਵਰਗਾ ਹੀ ਹੈ, ਸੂਰ ਬਿਰਤੀ ਵਾਲਾ ਹੀ, ਉਹਦੇ ਤੋਂ ਘੱਟ ਨਹੀਂ। ਮਹਾਰਾਜ ਜੀ ਨੇ ਇੱਥੋਂ ਤੱਕ ਬਾਣੀ ਵਿੱਚ ਕਹਿ ਦਿੱਤਾ ਭਗਤ ਜੀ ਨੇ
ਕਹਿੰਦੇ ਸੂਰ ਉਹਦੇ ਨਾਲੋਂ ਚੰਗਾ। ਦੇਖੋ ਹੋਰ ਥੱਲੇ ਨੀਵਾ ਕਰਤਾ ਮਨੁੱਖ ਨੂੰ, ਉਹ ਮਨੁੱਖ ਜਿਹੜਾ ਸਾਕਤ ਹੈ। ਸਾਕਤ ਦੀ ਗੱਲ ਕੀਤੀ, ਜਿਹੜੇ ਰੱਬ ਦੇ ਪਿਆਰੇ ਉਹਨਾਂ ਦੀ ਗੱਲ ਨਹੀਂ ਕੀਤੀ, ਉਹ ਤੇ ਰੱਬ ਵਰਗੇ ਨੇ। ਕਹਿੰਦੇ ਕਬੀਰ ਸਾਕਤ ਤੇ ਸ਼ੂਕਰ ਭਲਾ। ਇਹ ਕਿਉਂ ਮਹਾਰਾਜ ਜੀ ਨੇ ਲਿਖਿਆ? ਬੰਦੇ ਦੇ ਕੰਮ ਦੇ ਕੇ ਹੀ ਲਿਖਿਆ ਹੋਏਗਾ। ਉਚਾਰਨ ਕੀਤਾ ਸਾਕਤ ਤੇ ਸ਼ੂਕਰ ਭਲਾ, ਜੋ ਅੱਛਾ ਰੱਖੇਗਾ ਉਹ ਘੱਟੋ ਘੱਟ ਗੰਦਗੀ ਦੇ ਸਾਫ਼ ਕਰਦਾ ਹੈ ਨਾ। ਤੂੰ ਕੀ ਕਰਦਾ? ਤੂੰ ਗੰਦਗੀ ਨੂੰ ਹੋਰ ਜਿਹੜੀ ਹੈ ਆਪਣੇ ਅੰਦਰ ਪੈਦਾ ਕਰਦਾ, ਗੰਦਗੀ ਸਾਫ਼ ਨਹੀਂ ਕਰਦਾ। ਜੇ ਮੁੱਖ ਨਾਲ ਕੋਈ ਨਿੰਦਿਆ ਚੁਗਲੀ ਕਰਦਾ ਹੈ, ਉਹ ਆਪਣੇ ਅੰਦਰ ਗੰਦ ਹੋਰ ਜ਼ਿਆਦਾ ਭਰ ਲੈਂਦਾ। ਇਸ ਕਰਕੇ ਸਾਕਤ ਤੇ ਸ਼ੁਕਰ ਭਲਾ, ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਰਗਾਚ। ਮਿਰਗਾਚ ਮਤਲਬ ਸ਼ੇਰ, ਬਹੁਤ ਨਿਡਰ, ਬਹੁਤ ਜ਼ਿਆਦਾ ਤਕੜੇ, ਬਲਵਾਨ। ਇਹਦਾ ਮਤਲਬ ਇਹ ਹੈ ਸੰਸਾਰ ਦੇ ਵਿੱਚ ਸ਼ੇਰਾਂ ਵਾਂਗੂ, ਜਿਵੇਂ ਸਾਨੂੰ ਸਾਡੀ ਕੌਮ ਹੈ ਸਿੱਖ ਕੌਮ, ਸਾਨੂੰ ਸ਼ੇਰ ਵੀ ਅਸੀਂ ਕਹਿ ਦਿੰਦੇ ਹਾਂ ਵੀ ਸਿੱਖ ਕੌਮ ਸ਼ੇਰਾਂ ਦੀ ਕੌਮ। ਮਤਲਬ ਨਿਡਰ, ਬੁਝਦਲ ਨਹੀਂ। ਹੱਕ ਦੇ ਲਈ, ਸੱਚ ਦੇ ਲਈ ਇਹ ਜੂਝਦੇ ਨੇ, ਲੜਦੇ ਨੇ, ਸ਼ੇਰਾਂ ਵਾਂਗੂ ਦਹਾੜਦੇ ਨੇ। ਸਿੰਘ ਬੁੱਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਧਰੋ। ਸੋ ਇਸ ਕਰਕੇ ਇਸ ਸੰਸਾਰ ਦੇ ਵਿੱਚ ਹਜ਼ਾਰ ਪ੍ਰਕਾਰ ਦੇ ਸ਼ੇਰ ਹੋਣਗੇ, ਅਸੀਂ ਸ਼ੇਰਾਂ ਤੋਂ ਕੀ ਲੈਣਾ? ਉਹ ਰਾਜੀ ਰਹਿਣ ਆਪਣੇ ਜਿੱਥੇ ਰਹਿੰਦੇ ਨੇ। ਮਤਲਬ ਇਹਦਾ ਮਤਲਬ ਇਹ ਹੈ ਸ਼ੇਰ ਹੈ ਇੱਕ ਨਿਡਰਤਾ, ਇੱਕ ਤਾਕਤਵਰ, ਇਸ ਚੀਜ਼ ਦੀ ਨਿਸ਼ਾਨੀ ਹੈ। ਇਸ ਕਰਕੇ ਇਹ ਸ਼ਬਦ ਤਾਂ ਆਇਆ ਵੀ ਇਸ ਸੰਸਾਰ ਦੇ ਵਿੱਚ ਬਹੁਤ ਹੌਸਲੇ ਵਾਲੇ ਨਿਡਰ ਲੋਕ ਔਰ ਦੂਜਿਆਂ ਦੇ ਕੰਮ ਆਉਣ ਵਾਲੇ ਬਹੁਤ ਸ਼ੇਰ ਦਿਲ ਇਸ ਸੰਸਾਰ ਦੇ ਵਿੱਚ ਐਸੇ ਲੋਕ ਵੀ ਹਨ। ਸਭ ਤੇ ਨੇੜੇ ਸਭ ਹੂੰ ਤੇ ਦੂਰ। ਉਹ ਪ੍ਰਮਾਤਮਾ ਜਿਹੜਾ ਹੈ, ਬਹੁਤ ਲੋਕ ਐਸੇ ਨੇ ਜਿਨ੍ਹਾਂ ਦੇ ਨੇੜੇ ਹੈ, ਬਹੁਤ ਦੁਨੀਆ ਐਸੀ ਹੈ ਜਿਨ੍ਹਾਂ ਤੋਂ ਬਹੁਤ ਦੂਰ ਹੈ। ਜੋ ਪਰਮੇਸ਼ਰ ਨੂੰ ਮਨ ਕਰਕੇ ਮੰਨ ਲੈਂਦਾ ਉਸ ਦੇ ਬਿਲਕੁਲ ਅੰਗ ਸੰਗ। ਜੋ ਦੁਬਿਧਾ ਵਿੱਚ ਰਹਿੰਦਾ, ਡਾਊਟ ਵਿੱਚ ਰਹਿੰਦਾ, ਭੁਲੇਖੇ ਵਿੱਚ ਰਹਿੰਦਾ, ਪਤਾ ਨਹੀਂ ਇਹ ਕੀ ਚੀਜ਼ ਹੈ ਜਿਹਦੇ ਵਾਲੇ ਰੋਜ਼ ਸੁਣਾਉਂਦੇ ਰਹਿੰਦੇ ਨੇ ਵੀ ਸਾਨੂੰ ਤੇ ਇਹਦੀ ਜ਼ਰੂਰਤ ਨਹੀਂ, ਉਹਨਾਂ ਦੇ ਲਈ ਫਿਰ ਇਸੇ ਤਰ੍ਹਾਂ ਹੀ ਹੈ, ਦੂਰ ਹੀ ਹੈ, ਉਹਦੇ ਲਈ ਦੂਰ ਹੀ ਹੈ। ਜਿਹੜਾ ਕੋਈ ਵੀ ਪਾਪ ਗੁਨਾਹ ਕਰ ਲੈਂਦਾ ਉਹ ਆਪਣੇ ਮਾਂ ਬਾਪ ਦੇ ਦਿੱਤੇ ਸੰਸਕਾਰਾਂ ਤੋਂ ਦੂਰ ਹੈ। ਜਿਹੜਾ ਆਪਣੇ ਮਾਂ ਬਾਪ ਦਾ ਡਰ ਰੱਖਦਾ, ਜਿੱਥੇ ਵੀ ਜਾਂਦਾ ਵੀ ਇਹ ਮੇਰੀ ਮਾਂ ਨੇ, ਮੇਰੇ ਬਾਪ ਨੇ ਮੈਨੂੰ ਸਿਖਾਇਆ ਸੀ ਇਹ ਕੰਮ ਨਹੀਂ ਕਰਨਾ, ਉਹਦੇ ਪ੍ਰਮਾਤਮਾ ਜਾਂ ਕਹਿ ਲਈਏ ਉਹਦਾ ਮਾਂ ਬਾਪ ਉਹਦੇ ਸੰਸਕਾਰਾਂ ਰਾਹੀਂ ਉਹਦੇ ਕੋਲ ਹੈ। ਤੇ ਜਿਹੜਾ ਭੁੱਲ ਜਾਂਦਾ ਉਹ ਆਪਣੀ ਜ਼ਿੰਦਗੀ ਤਬਾਹ ਕਰ ਦਿੰਦਾ। ਜੋ ਆਪਣੇ ਮਾਂ ਬਾਪ ਦੀ ਦਿੱਤੀ ਹੋਈ ਬਚਪਨ ਦੀ ਜਵਾਨੀ ਦੇ ਵਿੱਚ ਦਿੱਤੀ ਹੋਈ ਸਿੱਖਿਆ ਨੂੰ ਭੁਲਾ ਦਿੰਦਾ, ਉਹ ਜੀਵਨ ਦੇ ਵਿੱਚ ਧੋਖਾ ਖਾਏਗਾ। ਉਹਦਾ ਜੀਵਨ ਬਹੁਤ ਛੇਤੀ ਖਰਾਬ ਹੋ ਜਾਏਗਾ, ਗਰਕ ਹੋ ਜਾਏਗਾ, ਮੁੱਕ ਜਾਏਗਾ। ਜੀਵਨ ਚੱਲਦਾ ਹੀ ਤਾਂ ਹੈ ਜੇ ਅਸੂਲ ਰਵੇ, ਜੇ ਡਿਸਿਪਲਿਨ ਰਹੇ, ਜੇ ਦਿੱਤੇ ਹੋਏ ਸੰਸਕਾਰ ਬਰਕਰਾਰ ਰਹਿਣ, ਤੇ ਜ਼ਿੰਦਗੀ ਤਾਂ ਹੀ ਬੰਦਾ ਲੰਬੀ ਜਿਉਂਦਾ ਹੈ। ਜਿਸ ਦੀ ਜ਼ਿੰਦਗੀ ਵਿੱਚ ਨਿਯਮ ਨਹੀਂ, ਡਿਸਿਪਲਿਨ ਨਹੀਂ, ਖਾਣ ਪੀਣ ਸੌਣ ਦਾ ਤਰੀਕਾ ਨਹੀਂ, ਉਹਦੀ ਜ਼ਿੰਦਗੀ ਵੀ ਛੋਟੀ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੇ ਹਾਜ਼ਰਾ ਹਦੂਰ। ਮਤਲਬ ਪੰਕਤੀ ਚੱਲ ਰਹੀ ਹੈ ਸਭ ਤੇ ਨੇੜੇ ਸਭ ਤੇ ਦੂਰ। ਬਹੁਤ ਹੀ ਨੇੜੇ, ਬੜਾ ਹੀ ਨੇੜੇ, ਬਹੁਤ ਨੇੜੇ। ਕਿੰਨਾ ਕੁ ਨੇੜੇ? ਜਿੰਨਾ ਤੂੰ ਆਪਣੇ ਖੁਦ ਦੇ ਨੇੜੇ। ਬਸ ਸਮਝ ਲੈ ਤੂੰ ਖੁਦ ਦੇ ਕਿੰਨਾ ਨੇੜੇ। ਮੈਨੂੰ ਪਿਆਸ ਲੱਗਦੀ, ਮੈਂ ਇੱਕਦਮ ਪਾਣੀ ਦਾ ਗਲਾਸ ਫੜਦਾ, ਕਿੰਨੀ ਨੇੜੇ ਹੈ ਮੇਰੇ ਪਾਣੀ। ਮੈਨੂੰ ਭੁੱਖ ਲੱਗਦੀ ਹੈ, ਮੈਂ ਰੌਲਾ ਪਾ ਦਿੰਦਾ ਘਰ ਛੇਤੀ ਬਣਾਓ, ਛੇਤੀ ਲਿਆਓ, ਛੇਤੀ ਪਕਾਓ। ਕਿੰਨੀ ਕੁ ਦੂਰ ਹੈ ਭੋਜਨ? ਬੜਾ ਨੇੜੇ ਹੈ। ਮਤਲਬ ਤੇਰੇ ਅੰਦਰ ਜਦੋਂ ਖਿੱਚ ਪੈਦਾ ਹੋਈ, ਚਾਹਤ ਪੈਦਾ ਹੋਈ ਰੋਟੀ ਖਾਣ ਦੀ, ਭੋਜਨ ਖਾਣ ਦੀ ਜਾਂ ਪਾਣੀ ਪੀਣ ਦੀ, ਤੂੰ ਇੱਕਦਮ ਉਸ ਨੂੰ ਪੈਦਾ ਕੀਤਾ, ਇੱਕਦਮ ਤੂੰ ਉਸ ਨੂੰ ਆਪਣੇ ਸਾਹਮਣੇ ਲੈ ਆਂਦਾ। ਪੈਸੇ ਕਰਕੇ ਖਰਚ ਕੇ ਬਾਜ਼ਾਰ ਦੇ ਵਿੱਚੋਂ ਖਾਣਾ ਲੈ ਆਂਦਾ, ਇੱਕਦਮ ਤੂੰ ਉਸ ਨੂੰ ਲੈ ਆਂਦਾ। ਤੇਰੇ ਲਾਗੇ ਹੀ ਹੈ ਖਾਣਾ, ਤੇ ਬਹੁਤ ਦੂਰ ਹੈ। ਜੇ ਹੁਣ ਕੋਈ ਕਹੇ ਮੈਂ ਕਣਕ ਬੀਜ ਕੇ, ਸਬਜ਼ੀ ਬੀਜ ਕੇ ਫਿਰ ਮੈਂ ਖਾਣਾ ਖਾਵਾਂਗਾ, ਤਾਂ ਫਿਰ ਨਹੀਂ ਇਹ ਖਾਇਆ ਜਾਣਾ। ਅਸੀਂ ਇੱਕਦਮ ਉਸ ਨੂੰ ਪੈਦਾ ਕਰਦੇ ਹਾਂ। ਪ੍ਰਮਾਤਮਾ ਵੀ ਇੱਕਦਮ ਪੈਦਾ ਜਾਂ ਪ੍ਰਗਟ ਹੋ ਸਕਦਾ। ਸਾਡੇ ਅੰਦਰ ਕੀ ਹੋਣਾ ਚਾਹੀਦਾ ਹੈ? ਆਹਾ, ਸਾਡੇ ਅੰਦਰ ਚਾਅ ਹੋਣਾ ਚਾਹੀਦਾ।
मन चाओ पिया प्रभ आगम सुनिया। अंदर खिच होनी चाहिए, अंदर तीवर इच्छा प्यास होनी चाहिए है परमात्मा वाली, ते फिर परमात्मा लग गई, फिर नहीं दूर। इस करके ਲੱਖਾਂ ਤੇ ਕਰੋੜਾਂ ਐਸੇ ਹਨ ਜਿਨ੍ਹਾਂ ਨੂੰ ਦੂਰ ਦਿਸਦਾ, ਤੇ ਬਹੁਤ ਐਸੇ ਵੀ ਹਨ ਜੋ ਉਸ ਨੂੰ ਅੰਗ ਸੰਗ ਸਮਝਦੇ ਨੇ ਤੇ ਉਹਦੇ ਨਾਲ ਗੱਲਾਂ ਵੀ ਕਰਦੇ ਨੇ, ਉਹਦੇ ਨਾਲ ਸਲਾਹ ਵੀ ਕਰਦੇ ਨੇ ਤੇ ਸਲਾਹ ਲੈਂਦੇ ਵੀ ਨੇ। ਆਖਰੀ ਪੰਕਤੀ, ਨਾਨਕ ਆਪ ਅਲਿਪਤ ਰਿਹਾ ਭਰਪੂਰ। ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਮੁਬਾਰਕ ਪਵਿੱਤਰ ਰਸਨਾ ਤੋਂ ਉਚਾਰਨ ਕਰਦੇ ਨੇ ਭਈ ਉਹ ਪਰਮਾਤਮਾ ਸਭਨੀ ਥਾਈਂ ਹਰ ਜਗ੍ਹਾ ਸਰਵ ਵਿਆਪਕ ਰੂਪ ਦੇ ਵਿੱਚ ਪਸਰਿਆ ਹੋਇਆ ਹੈ। ਜਿਸ ਨੇ ਦੇਖਣਾ ਉਹ ਦੇਖ ਲਵੇ। ਕਿਸੇ ਦੇ ਕਹਿਣ ਤੇ ਉਹਦੇ ਪਿੱਛੇ ਨਾ ਲੱਗ ਜਾਇਓ ਵੀ ਤੁਹਾਨੂੰ ਚਲੋ ਮੈਂ ਰੱਬ ਦਿਖਾਉਣ ਲੈ ਚੱਲਾਂ, ਗੁੰਮਰਾਹ ਕਰੇਗਾ ਤੁਹਾਨੂੰ। ਉਹਨੂੰ ਪਤਾ ਹੀ ਨਹੀਂ ਜਿਹੜਾ ਕਹਿੰਦਾ ਮੈਂ ਤੈਨੂੰ ਲੈ ਚੱਲਾਂ, ਲੈ ਕੇ ਜਾਣ ਦੀ ਜ਼ਰੂਰਤ ਨਹੀਂ। ਗੁਰ ਘਰ ਹੀ ਮਾਹੇ ਦਿਖਾਇਆ ਥਾ, ਸਭ ਕੁਛ ਘਰ ਮੈਂ ਬਾਹਰ ਨਹੀਂ। ਉਹਨੂੰ ਕਿਹਾ ਮੈਂ ਕਿੱਥੇ ਚੱਲਾਂ ਬਈ, ਇੱਥੇ ਦਿਖਾ ਮੈਨੂੰ। ਜੇ ਤੂੰ ਦੇਖਿਆ ਤੇ ਤੂੰ ਇਹਨੂੰ ਮੈਨੂੰ ਕਿੱਥੇ ਲੈ ਕੇ ਦੱਸ, ਕਿਹੜੀ ਜਗ੍ਹਾ ਜਿੱਥੇ ਉਹ ਨਹੀਂ। ਮੈਨੂੰ ਮੇਰੇ ਗੁਰੂ ਨੇ ਦੱਸ ਦਿੱਤਾ ਹੈ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਨਹੀਂ ਹੈ। ਮੈਨੂੰ ਤਾਂ ਸਾਰੀ ਸ੍ਰਿਸ਼ਟੀ ਸਾਰਾ ਸੰਸਾਰ ਬ੍ਰਹਿਮੰਡ ਲਈ ਉਹਦਾ ਰੂਪ ਦਿਸ ਰਿਹਾ। ਤੂੰ ਕਹਿੰਦਾ ਮੈਂ ਤੈਨੂੰ ਕਿਸੇ ਸਪੈਸ਼ਲ ਜਗ੍ਹਾ ਤੇ ਲੈ ਕੇ ਜਾਵਾਂ, ਕਿਧਰੇ ਤੂੰ ਮੇਰੇ ਨਾਲ ਧੋਖਾ ਤੇ ਨਹੀਂ ਕਰ ਰਿਹਾ? ਕਿਉਂ ਸਪੈਸ਼ਲ ਜਗ੍ਹਾ ਤੇ ਬਈ? ਉਹ ਤਾਂ ਸਾਰੀਆਂ ਜਗ੍ਹਾ ਤੇ ਹੈ। ਜੇ ਤੂੰ ਮੈਨੂੰ ਕਿਸੇ ਸਪੈਸ਼ਲ ਜਗ੍ਹਾ ਕੋਈ ਸਪੈਸ਼ਲ ਤਰੀਕਾ ਦੱਸ ਰਿਹਾ, ਇਹਦਾ ਮਤਲਬ ਇਹ ਨਹੀਂ ਵੀ ਜੁਗਤੀ ਨਹੀਂ ਚਾਹੀਦੀ। ਜੁਗਤੀ ਚਾਹੀਦੀ ਹੈ। ਜਦੋਂ ਜੁਗਤੀ ਆ ਜਾਂਦੀ ਹੈ ਫਿਰ ਸਪੈਸ਼ਲ ਜਗ੍ਹਾ ਦੀ ਢੂੰਡਣ ਦੀ ਜ਼ਰੂਰਤ ਨਹੀਂ। ਜਦੋਂ ਕਿਸੇ ਨੂੰ ਜੁਗਤੀ ਹੈ ਉਹ ਜੰਗਲ ਦੇ ਵਿੱਚ ਹੀ ਮੰਗਲ ਲਾ ਦਿੰਦੇ ਨੇ। ਜੁਗਤੀ ਕਿਸੇ ਕੋ ਜਾਂ ਇੰਝ ਕਹਿ ਲਈਏ ਕਿਸੇ ਕੋਲ ਗੁਣ ਹੋਵੇ, ਜਿੱਥੇ ਮਰਜ਼ੀ ਰੋਟੀ ਕਮਾ ਕੇ ਖਾ ਲੈਂਦਾ। ਉਹ ਇਹ ਥੋੜ੍ਹਾ ਕਹੇਗਾ ਵੀ ਮੈਂ ਆਪਣੇ ਘਰ ਪਿੰਡ ਜਾ ਕੇ ਉੱਥੇ ਹੀ ਰੋਟੀ ਕਮਾਣੀ ਹੈ ਖਾਣੀ। ਕਿਸੇ ਕੋਲ ਵਿਦਵਤਾ ਹੈ, ਕਿਸੇ ਕੋਲ ਤਕਨੀਕ ਹੈ, ਕਿਸੇ ਕੋਲ ਗੁਣ ਹੈ, ਉਹ ਵਿਦੇਸ਼ ਦੀ ਧਰਤੀ ਤੇ ਜਾ ਕੇ ਉਹ ਆਪਣੇ ਗੁਣ ਨੂੰ ਉੱਥੇ ਪ੍ਰਗਟ ਕਰ ਸਕਦਾ। ਉਹਨੇ ਇੰਡੀਆ ਵਿੱਚ ਪੜ੍ਹਾਈ ਕੀਤੀ ਸਾਡੇ ਬੱਚਿਆਂ ਨੇ, ਤੇ ਜੌਬਸ ਔਰ ਨੌਕਰੀਆਂ ਜਿਹੜੀਆਂ ਉਹ ਬਾਹਰਲੇ ਫੋਰਨ ਕੰਟਰੀਜ਼ ਦੇ ਵਿੱਚ, ਅਰਬ ਕੰਟਰੀ ਦੇ ਵਿੱਚ, ਯੂਰਪ ਵਿੱਚ ਕਰ ਰਹੇ ਨੇ। ਇਹਦਾ ਮਤਲਬ ਜੇ ਉਹਨਾਂ ਕੋਲ ਗਿਆਨ ਸੀ, ਵਿਦਿਆ ਸੀ, ਉਹ ਜਿੱਥੇ ਮਰਜ਼ੀ ਜਾ ਕੇ ਉਸ ਨੂੰ ਪ੍ਰਗਟ ਕਰ ਰਿਹਾ। ਜੇ ਤੂੰ ਪਰਮਾਤਮਾ ਦਾ ਗਿਆਨ ਆਪਣੇ ਅੰਦਰ ਰੱਖਿਆ, ਤੂੰ ਜਿੱਥੇ ਮਰਜ਼ੀ ਬੈਠਾ ਹੋਏਗਾ, ਘਰ ਬੈਠੇ, ਦੁਕਾਨ ਤੇ ਬੈਠੇ, ਗਲੀ 'ਚ ਜਾਵੇਂ, ਮਹੱਲੇ 'ਚ ਬੈਠੇ, ਜਿੱਥੇ ਮਰਜ਼ੀ ਜਾਏ, ਉਹ ਗਿਆਨ ਰਾਹੀਂ ਤੇਰਾ ਰੱਬ ਤੇਰੇ ਅੰਗ ਸੰਗ ਨਾਨਕ ਆਪ ਅਲਿਪਤ ਰਿਹਾ ਭਰਪੂਰ। ਨਿਕਟ ਵਸੇ ਨਾਹੀ ਪ੍ਰਭ दूर, ओ सदा अंग संगे अभंगं बेबूत, सदा अंग संग रहेगा। सो ये सी अज दे शब्द दी लड़ीवार शब्द दी विचार जो महाराज जी ने बड़े प्यारे प्रमाण दे के सानू ये सरवण करवाई है। सो गुरु महाराज जी कृपा करन, सो इस दा भाव अर्थ साडे हिरदे विच वसे, साडा जीवन गुरमत वाला बने। सो इन्नी सेवा प्रवान भुला चुका दी किवा फतेह बुलाओ। वाहिगुरू जी का खालसा, वाहिगुरू जी की फतेह।